ਨੇਤਨਯਾਹੂ ਵਾਰ ਕ੍ਰਿਮੀਨਲ ਦਾ ਵਰਤਾਰਾ ਹੈ ਉਸ ਤੋਂ ਯਕੀਨਨ ਨਹੀਂ ਕਹਿ ਸਕਦੇ ਕਿ ਵਾਂਸ ਉਹਨਾਂ ਦੇ ਕੋਲ ਉਹਨਾਂ ਦੇ ਜਿਹੜੇ ਅਗਵਾ ਕੀਤੇ ਬੰਦੇ ਨੇ ਉਹ ਵਾਪਸ ਆ ਜਾਂਦੇ ਨੇ ਤੇ ਉਹ ਉੱਥੇ ਹੀ ਰੁਕ ਜਾਣਗੇ। ਬਹੁਤ ਵੱਡੇ ਲੈਵਲ ਦੇ ਉੱਤੇ ਤਬਾਹੀ ਹੋਈ ਹੈ 2 ਸਾਲ, ਜਿਵੇਂ ਬਿਲਕੁਲ ਬੇਰੋਕ ਟੋਕ ਇਸ ਵਾਰ ਕ੍ਰਿਮੀਨਲ ਨੇ ਜਿਹੜਾ ਉਹ ਉੱਥੇ ਨਸਲਕੁਸ਼ੀ ਕੀਤੀ ਹੈ। ਮੋਦੀ ਨੇ ਟਰੰਪ ਨੂੰ ਵੀ ਕਾਲ ਕੀਤਾ ਬਹਾਨਾ ਲੱਭ ਕੇ, ਜੀ ਬਹੁਤ ਬਹੁਤ ਵਧਾਈਆਂ, ਤੁਸੀਂ ਬਹੁਤ ਵੱਡਾ ਕੰਮ ਕੀਤਾ ਹੈ। ਤੇ ਨਾਲ ਹੀ ਨੇਤਨਯਾਹੂ ਦੀ ਬੜੀ ਤਾਰੀਫ ਕੀਤੀ ਹੈ ਜੀ, ਉਹਨੇ ਲੀਡਰਸ਼ਿਪ ਦਿਖਾਈ ਹੈ। ਇਹ ਵੀ ਨਾਜ਼ੀ ਤਰਜ਼ ਦੇ ਉੱਤੇ ਹੀ ਜੋ ਇਹਨੇ ਨੇਤਨਯਾਹੂ ਨੇ ਔਰ ਉਹੀ ਨਾਜ਼ੀਆਂ ਦਾ ਔਰ ਉਹਦਾ ਪੁੱਤਰ ਚਾਣਕਿਆ ਦਾ ਮੋਦੀ ਇਹੀ ਕੁਛ ਕਰ ਰਹੇ ਨੇ। ਅਲਟੀਮੇਟਲੀ ਗੱਲ ਉਦੋਂ ਤੱਕ ਜਦੋਂ ਤੱਕ ਫਲਸਤੀਨ ਇੱਕ ਆਜ਼ਾਦ ਮੁਲਕ ਦੇ ਤੌਰ ਦੇ ਉੱਤੇ ਸਥਾਪਿਤ ਨਹੀਂ ਹੋ ਜਾਂਦਾ, ਉੱਥੇ ਅਮਨ ਦੀ ਕਾਮਨਾ ਕਰਨਾ ਇਹ ਆਪਣੇ ਆਪ ਨੂੰ ਧੋਖਾ ਦੇਣਾ ਹੋਏਗਾ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਗਜ਼ਾ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਕਰਵਾਉਣ ਲਈ ਪ੍ਰੈਜ਼ੀਡੈਂਟ ਟਰੰਪ ਵੱਲੋਂ ਇੱਕ 20 ਨੁਕਾਤੀ ਅਮਨ ਫਾਰਮੂਲਾ ਦਿੱਤਾ ਗਿਆ ਸੀ ਔਰ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਫਾਰਮੂਲੇ ਦੇ ਪਹਿਲੇ ਚਰਨ ਤੇ ਇਸ ਇਜ਼ਰਾਈਲ ਅਤੇ ਹਮਾਸ ਦੀ ਰਜ਼ਾਮੰਦੀ ਹੋ ਗਈ ਹੈ। ਹੁਣ ਵੇਖਣਾ ਇਹ ਹੈ ਕਿ ਕੀ ਇਹ ਗੱਲਬਾਤ ਅੱਗੇ ਵੱਧ ਕੇ ਫਲਸਤੀਨ ਮੁਲਕ ਦੀ ਆਜ਼ਾਦੀ ਤੱਕ ਪਹੁੰਚੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਰਸੋਂ ਅਸੀਂ ਜਦੋਂ ਗੱਲਬਾਤ ਕੀਤੀ ਕਿ 7 ਅਕਤੂਬਰ 2 ਸਾਲ ਹੋ ਗਏ ਨੇ ਜਦੋਂ ਕਿ ਹਮਾਸ ਨੇ ਜਿਹੜਾ ਐਕਸ਼ਨ ਕੀਤਾ, ਅਗਵਾ ਕੀਤਾ ਔਰ ਜੰਗ ਉਸ ਤੋਂ ਕੁਛ ਅਰਸੇ ਬਾਅਦ ਸ਼ੁਰੂ ਹੋਈ ਔਰ ਉਸ ਜੰਗ ਦੇ ਵਿੱਚ 70,000 ਤੋਂ ਜ਼ਿਆਦਾ ਬੇਗੁਨਾਹ ਗਜ਼ਾ ਦੇ ਫਲਸਤੀਨੀ ਵਾਸੀ ਮਾਰੇ ਗਏ, ਜਿਨ੍ਹਾਂ 'ਚ 2/3 ਔਰਤਾਂ ਔਰ ਬੱਚੇ ਨੇ। ਔਰ ਦੁਨੀਆ ਦੇ ਸਾਹਮਣੇ ਇਹ ਜੈਨੋਸਾਈਡ ਦਾ ਨੰਗਾ ਨਾਚ ਹੁੰਦਾ ਰਿਹਾ। ਬਿਆਨਬਾਜ਼ੀਆਂ ਜਾਂ ਯੂਰਪ ਦੀਆਂ ਸਟੇਟਾਂ ਵੱਲੋਂ ਫਲਸਤੀਨ ਨੂੰ ਐਜ਼ ਏ ਸਟੇਟ ਰੈਕਗਨਾਈਜ਼ ਕਰਨ ਦੇ ਮਤੇ, ਲੇਕਿਨ ਕੋਈ ਵੀ ਜਿਹੜਾ ਕਾਰਗਰ ਪਾਰਟ ਹੈ, ਹਾਲਾਂਕਿ ਮੌਕੇ ਕੁਛ ਐਸੇ ਆਏ, ਲੇਕਿਨ ਜਿਹੜਾ ਇਜ਼ਰਾਈਲ ਦਾ ਐਟੀਚਿਊਡ ਸੀ, ਕਿਉਂਕਿ ਉਹ ਤਾਂ ਗ੍ਰੇਟਰ ਇਜ਼ਰਾਈਲ ਦੇ ਥੱਲੇ ਉਹ ਚਾਹੁੰਦੇ ਹੀ ਨਹੀਂ ਸੀ ਕਿ ਕੋਈ ਵੀ ਜਿਹੜਾ ਠਹਿਰਾਅ ਹੋਏ। ਉਹ ਲਗਾਤਾਰਤਾ ਨਾਲ ਨੇਤਨਯਾਹੂ ਇੱਕ ਵਾਰ ਕ੍ਰਿਮੀਨਲ, ਉਹ ਆਪਣਾ ਜਿਹੜਾ ਹਮਲਿਆਂ ਤੇ ਹਮਲੇ, ਫੌਜ, ਬੰਬਾਰੀ ਔਰ ਈਵਨ ਏਡ ਤੱਕ ਰੋਕਣਾ, UN ਵਾਲੇ ਤਾਂ ਪਹਿਲਾਂ ਹੀ ਬਾਹਰ ਕੱਢ ਦਿੱਤੇ ਸੀ। ਜੇ 42 43 ਛੋਟੀਆਂ ਸ਼ਿਪਸ ਦਾ ਫਲੋਟੀਲਾ ਉੱਥੇ ਗਿਆ ਤੇ ਉਹਨੂੰ ਵੀ ਕਿਵੇਂ ਜਿਹੜਾ ਜੰਗੀ ਕੈਦੀਆਂ ਵਾਂਗ ਉਹਨਾਂ ਨੂੰ ਫੜ ਕੇ ਵਾਪਸ ਡਿਪੋਰਟ ਕਰ ਦਿੱਤਾ ਗਿਆ। ਸੋ ਇਸ ਸਾਰੇ ਦੇ ਚਲਦਿਆਂ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਕੌਨਫੀਡੈਂਟ ਜਿਹੜੇ 6-7 ਇਸਲਾਮਿਕ ਮੁਲਕਾਂ ਦੇ ਜਿਹੜੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਸਨ, ਉਹਨਾਂ ਦੇ ਨਾਲ ਨਿਊਯਾਰਕ ਦੇ ਵਿੱਚ ਆਪਣਾ 21 ਨੁਕਾਤੀ ਸੀ, ਬਾਅਦ ਦੇ ਵਿੱਚ 20 ਨੁਕਾਤੀ ਰਹਿ ਗਿਆ, ਉਹ ਫਾਰਮੂਲਾ ਪੇਸ਼ ਕੀਤਾ ਜਿਹਦੇ ਪਿੱਛੇ ਇਹ ਸੀ ਕਿ ਵੀ ਫੌਰਨ ਜੰਗਬੰਦੀ, ਪਰ ਉਸ ਦੀ ਸ਼ਰਤ ਕਿ ਦੋਵੇਂ ਪਾਸਿਆਂ ਦੇ ਜਿਹੜੇ ਹੌਸਟੇਜ ਨੇ, ਕਿਉਂਕਿ ਇੱਕ ਅੰਦਾਜ਼ੇ ਮੁਤਾਬਕ ਹਾਲਾਂ 200 ਤੋਂ ਜ਼ਿਆਦਾ ਨੂੰ ਅਗਵਾ ਕੀਤਾ ਸੀ ਹਮਾਸ ਨੇ, ਕਿ ਭਾਈ ਉਹਨਾਂ ਦੇ 50 ਦੇ ਕਰੀਬ ਬਾਕੀ ਨੇ, ਸ਼ਾਇਦ ਉਹਨਾਂ 'ਚੋਂ 20 ਜਾਂ 25 ਜਿਉਂਦੇ ਨੇ, ਬਾਕੀ ਡੈਡ ਬਾਡੀਜ਼ ਨੇ ਉਹਨਾਂ ਦੇ ਕੋਲ, ਔਰ ਉਹ ਵਾਪਸ ਕਰਨ। ਔਰ ਦੂਸਰੇ ਪਾਸੇ ਜਿਹੜੀ ਗੁਫ਼ਤਗੂ ਚੱਲ ਰਹੀ ਸੀ ਕਿ ਜਿਹੜੇ 400-500 ਪਹਿਲਾਂ ਫਲਸਤੀਨੀ ਫੜੇ ਹੋਏ ਸੀਗੇ ਤੇ 1500 ਇਸ ਪੀਰੀਅਡ 'ਚ ਗਜ਼ਾ 'ਚ ਲਗਭਗ 2000 ਦੇ ਕਰੀਬ ਜਿਹੜੇ ਫਲਸਤੀਨੀ ਇਜ਼ਰਾਈਲ ਦੀ ਹਿਰਾਸਤ ਦੇ ਵਿੱਚ ਨੇ, ਉਹਨਾਂ ਨੂੰ ਰਿਲੀਜ਼ ਕੀਤਾ ਜਾਏ। ਔਰ ਇਹ ਕਿਉਂਕਿ ਇਸ ਦੇ ਜਿਹੜੇ 20 ਨੁਕਾਤੀ, ਹਾਲਾਂਕਿ ਕੁਛ ਪੁਆਇੰਟ ਉਹਦੇ ਬਿਲਕੁਲ ਅਨਸਰਟਨ ਨੇ ਵੀ ਕਿਸ ਪਾਸੇ ਨੂੰ ਗੱਲ ਜਾਏਗੀ, ਪਰ ਇਸ ਗੱਲ ਦੀ ਤਸੱਲੀ ਹੈ ਔਰ ਇਸ ਦਾ ਜਿਹੜਾ ਇਜ਼ਹਾਰ ਵੀ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਟਰੂਥ ਪਲੇਟਫਾਰਮ ਤੋਂ ਹੀ ਕੀਤਾ ਕਿ ਉਹਦਾ ਪਹਿਲਾ ਚਰਨ, ਕਿਉਂਕਿ ਇਜਿਪਟ ਦੇ ਵਿੱਚ ਇਸ ਗੱਲਬਾਤ ਨੂੰ, ਜੇ ਇਸ ਦੇ ਵਿੱਚ ਕਤਰ, ਟਰਕੀ, ਇਜਿਪਟ, ਅਮਰੀਕਨ ਨੁਮਾਇੰਦੇ, ਜ਼ਾਹਰ ਹੈ ਇਜ਼ਰਾਈਲ ਦੇ, ਹਮਾਸ ਦੇ ਇਨਡਾਇਰੈਕਟ ਨੁਮਾਇੰਦੇ, ਉਹਨਾਂ ਦੇ ਨਾਲ ਇਹ ਗੁਫ਼ਤਗੂ ਚੱਲ ਰਹੀ ਸੀ। ਔਰ ਜਿਹੜਾ ਪਹਿਲਾ ਪਾਰਟ ਹੈ, ਇਹ ਕਿਹਾ ਗਿਆ ਕਿ ਵੀ ਅਗਲੇ 48-72 ਘੰਟਿਆਂ 'ਚ ਕਿੰਨਾ ਲੱਗਦਾ, ਕਿਉਂਕਿ ਇਜ਼ਰਾਈਲ ਨੇ ਵੀ ਕਿਹਾ ਜੀ ਅਸੀਂ ਪਹਿਲਾਂ ਆਪਣੀ ਕੈਬਨਿਟ ਦੀ ਮੀਟਿੰਗ ਕਰਾਂਗੇ, ਉਹ ਕੈਬਨਿਟ ਦੀ ਮੀਟਿੰਗ ਹੋ ਗਈ। ਸੋ ਜਿਹੜਾ ਰਫਲੀ ਅੰਦਾਜ਼ਾ ਇਹ ਹੈ ਕਿ ਵੀ ਅਗਲੇ ਵੀਕਐਂਡ ਤੱਕ, ਔਰ ਇਸ ਗੱਲ ਦੀ ਪੋਸੀਬਿਲਿਟੀ ਹੈ ਕਿ ਸ਼ਾਇਦ ਪ੍ਰੈਜ਼ੀਡੈਂਟ ਟਰੰਪ ਵੀ ਫਲਾਈ ਕਰਕੇ ਮਿਡਲ ਈਸਟ ਜਾਣ, ਕਿਉਂਕਿ ਇਹ ਬਹੁਤ ਵੱਡੀ ਪ੍ਰਾਪਤੀ ਹੈ। ਔਰ ਇਹਦੇ 'ਚ UN ਸੈਕਟਰੀ ਜਨਰਲ ਜਾਂ ਅੱਡ-ਅੱਡ ਮੁਲਕਾਂ ਦੇ ਪ੍ਰੈਜ਼ੀਡੈਂਟਸ, ਪ੍ਰਾਈਮ ਮਿਨਿਸਟਰਸ ਨੇ ਵਧਾਈ ਦਿੱਤੀ ਹੈ ਟਰੰਪ ਨੂੰ।
ਔਰ ਅਸੀਂ ਹੋਪ ਕਰਦੇ ਹਾਂ ਕਿ ਵੀ ਇਹ ਪਹਿਲਾ ਚਰਨ ਹੈ ਔਰ ਇਹ ਦੇਖਣਾ ਹੋਏਗਾ ਕਿ ਇਹ ਜਿਹੜਾ ਐਗਰੀਮੈਂਟ ਹੈ ਜਿਹਦੇ ਥੱਲੇ ਜਿਹੜਾ ਪਹਿਲਾ ਕੁਛ ਆ ਰਿਹਾ ਨੇ ਖਬਰਾਂ ਕਿ ਵੀ ਜਿਹੜੇ 20 ਦੇ ਕਰੀਬ ਜਿਉਂਦੇ ਨੇ ਇਜ਼ਰਾਈਲੀ ਜਿਹੜੇ ਹਮਾਸ ਦੀ ਹਿਰਾਸਤ ਦੇ ਵਿੱਚ ਨੇ ਉਹਨਾਂ ਨੂੰ ਛੱਡਿਆ ਜਾਏਗਾ ਔਰ ਉਸ ਦੇ ਨਾਲ ਹੀ ਇਜ਼ਰਾਈਲ 2000 ਦੇ ਕਰੀਬ ਫਲਸਤੀਨੀਆਂ ਨੂੰ ਜਿਹੜਾ ਹੈ ਉਹ ਰਿਹਾ ਕਰੇਗਾ ਜਿਹੜੇ ਉਹਨਾਂ ਦੀ ਹਿਰਾਸਤ ਦੇ ਵਿੱਚ ਨੇ। ਹੁਣ ਇਹ ਦੇਖਣਾ ਇਹ ਹੋਏਗਾ ਵੀ ਇਸ ਦੇ ਅਗਲੇ ਪੜਾਅ ਵੀ ਨੇ ਉਸ 20 ਨੁਕਾਤੀ ਦੇ ਕਿ ਇੱਕ ਵੱਡੇ ਹਿੱਸੇ ਤੋਂ ਗਜ਼ਾ ਦੇ ਇਜ਼ਰਾਈਲੀ ਫੌਜ ਨਿਕਲੇਗੀ ਔਰ ਉਹਨਾਂ ਦੀ ਥਾਂ ਜਿਹੜੀ ਹੈ ਉਹ ਇਸਲਾਮਿਕ ਮੁਲਕਾਂ ਦੀ ਉਹਦੇ 'ਚ ਇੰਡੋਨੇਸ਼ੀਆ, ਇਜਿਪਟ, ਤੁਰਕੀ, ਪਾਕਿਸਤਾਨ ਇਹਨਾਂ ਦੀ ਫੌਜ ਆਏਗੀ। ਹੁਣ ਕਿਉਂਕਿ ਜੋ ਇਹਨਾਂ ਦਾ ਜੋ ਨੈਤਨਯਾਹੂ ਵਾਰ ਕ੍ਰਿਮੀਨਲ ਦਾ ਵਰਤਾਰਾ ਹੈ ਉਸ ਤੋਂ ਅਜੇ ਜਿਹਨੂੰ ਇਹ ਕਹਿੰਦੇ ਨੇ ਕਿ ਵੀ ਤੁਸੀਂ ਯਕੀਨਨ ਨਹੀਂ ਕਹਿ ਸਕਦੇ ਕਿ ਵੰਸ ਉਹਨਾਂ ਦੇ ਕੋਲ ਉਹਨਾਂ ਦੇ ਜਿਹੜੇ ਅਗਵਾ ਕੀਤੇ ਬੰਦੇ ਨੇ ਉਹ ਵਾਪਸ ਆ ਜਾਂਦੇ ਨੇ ਤੇ ਉਹ ਉੱਥੇ ਹੀ ਰੁਕ ਜਾਣਗੇ ਔਰ ਬਾਕੀ ਫੇਜ਼ਸ ਨੂੰ ਜਿਹੜਾ ਉਹ ਇੰਪਲੀਮੈਂਟ ਕਰਨਗੇ। ਸੋ ਅਸੀਂ ਹੋਪ ਕਰ ਸਕਦੇ ਹਾਂ ਕਿਉਂਕਿ ਇਹ ਇੱਕ ਖੁਸ਼ੀ ਦੀ ਗੱਲ ਹੈ। ਹਾਲਾਂ ਬਹੁਤ ਵੱਡੇ ਲੈਵਲ ਦੇ ਉੱਤੇ ਤਬਾਹੀ ਹੋਈ ਹੈ 2 ਸਾਲ ਜਿਵੇਂ ਬਿਲਕੁਲ ਬੇਰੋਕ ਟੋਕ ਇਸ ਵਾਰ ਕ੍ਰਿਮੀਨਲ ਨੇ ਜਿਹੜਾ ਉਹ ਉੱਥੇ ਨਸਲਕੁਸ਼ੀ ਕੀਤੀ ਹੈ ਔਰ ਤੁਸੀਂ ਉਹਦਾ ਜਿਹੜਾ ਜੁੜਵਾਂ ਟਵਿਨ ਹੈ ਮੋਦੀ ਉਹ ਅੱਜ ਵੀ ਹਾਲਾਂ ਉਹਨੇ ਮੋਦੀ ਨੇ ਟਰੰਪ ਨੂੰ ਵੀ ਕਾਲ ਕੀਤਾ ਬਹਾਨਾ ਲੱਭ ਕੇ ਜੀ ਬਹੁਤ ਬਹੁਤ ਵਧਾਈਆਂ ਤੁਸੀਂ ਬਹੁਤ ਵੱਡਾ ਕੰਮ ਕੀਤਾ ਹੈ ਪਰ ਨਾਲ ਹੀ ਨੈਤਨਯਾਹੂ ਦੀ ਬੜੀ ਤਾਰੀਫ ਕੀਤੀ ਹੈ ਜੀ ਉਹਨੇ ਲੀਡਰਸ਼ਿਪ ਦਿਖਾਈ ਹੈ ਔਰ ਇਹਦੇ 'ਚ ਉਹ ਬਰਡਸ ਆਫ ਏ ਫੈਦਰ ਫਲੌਕ ਟੂਗੈਦਰ ਇਹ ਵੀ ਨਾਜ਼ੀ ਤਰਜ਼ ਦੇ ਉੱਤੇ ਹੀ ਜੋ ਇਹਨੇ ਨੈਤਨਯਾਹੂ ਨੇ ਔਰ ਉਹੀ ਨਾਜ਼ੀਆਂ ਦਾ ਔਰ ਉਹਦਾ ਪੁੱਤਰ ਚਾਣਕਿਆ ਦਾ ਮੋਦੀ ਇਹੀ ਕੁਛ ਕਰ ਰਹੇ ਨੇ। ਸੋ ਅਸੀਂ ਹਾਲ ਦੀ ਘੜੀ ਇਸ ਨੂੰ ਇੱਥੇ ਹੀ ਸਟਾਪ ਲਾਉਂਦੇ ਹਾਂ ਕਿ ਅਸੀਂ ਇਹ ਹੋਪ ਕਰਦੇ ਹਾਂ ਕਿ ਇਹ ਕੰਪਲੀਟ ਔਰ ਇਹ ਦੇਖੋ ਪੀਸ ਤਾਂ ਉਦੋਂ ਹੀ ਹੋਏਗੀ ਜਦੋਂ ਫਲਸਤੀਨ ਸਟੇਟ ਵਾਇਬਲ ਜਿਹਦੇ 'ਚ ਗਜ਼ਾ ਔਰ ਫਲਸਤੀਨ ਟੂਗੈਦਰ ਈਸਟ ਜੈਰੂਸ਼ਲਮ ਉਹਦੀ ਕੈਪੀਟਲ ਔਰ ਸਾਈਡ ਬਾਈ ਸਾਈਡ ਇਜ਼ਰਾਈਲ ਦੇ ਫਲਸਤੀਨ ਦੀ ਸਟੇਟ ਦਾ ਮੁਕੰਮਲ ਤੌਰ ਦੇ ਉੱਤੇ ਹੋਣਾ ਇਹ ਜਿਹੜਾ ਇਸ ਨੂੰ ਡਿਸਾਈਡ ਕਰੇਗਾ। ਔਰ ਹਾਲਾਂ ਜਦੋਂ ਅਸੀਂ ਦੇਖ ਰਹੇ ਹਾਂ ਵੀ ਕਿੰਨੇ 70,000 ਤੋਂ ਜ਼ਿਆਦਾ ਮਾਰੇ ਨੇ ਅੱਜ ਹੀ UN ਦੀ ਸਟੱਡੀ ਹੈ ਨੀਅਰਲੀ 55,000 ਚਿਲਡਰਨ ਇਨ ਗਜ਼ਾ ਅੰਡਰ ਏਜ 5 ਮੇ ਬੀ ਐਕਿਊਟਲੀ ਮਾਲ ਨਰਿਸ਼ਡ ਵੀ ਜਿਹੜੇ 55,000 ਤੋਂ ਜ਼ਿਆਦਾ ਬੱਚੇ ਨੇ ਉਹ ਕੁਪੋਸ਼ਣ ਹੈ ਉਹਨਾਂ ਦਾ ਮਾਲ ਨਿਊਟ੍ਰੀਸ਼ਨ ਹੈ ਉਹਨਾਂ ਦੀ ਔਰ ਇਹ ਸਾਰੇ ਦੇ ਉੱਤੇ ਜਿਹੜਾ ਹੋਪਫੁਲੀ ਜਦੋਂ ਤੱਕ ਅਸੀਂ ਆਉਣ ਵਾਲੇ ਦਿਨਾਂ 'ਚ ਗੱਲਬਾਤ ਕਰਾਂਗੇ ਵੀ ਹੋਪ ਕਿ ਇਹ ਅਲਟੀਮੇਟਲੀ ਇਹ ਸਾਰਾ ਕਿਉਂਕਿ ਜੇ ਇਹਦਾ ਇੱਕ ਵਕਤੀ ਜਿਹਾ ਹੀ ਹੋਏਗਾ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਹਮਾਸ ਨੇ ਜਿਹੜਾ ਫਲਸਤੀਨ ਦਾ ਇਸ਼ੂ ਇਰਰੈਲੇਵੈਂਟ ਹੋ ਗਿਆ ਸੀ ਕਿਉਂਕਿ ਅਬਰਾਹਮ ਅਕੋਰਡਸ ਦੇ ਥੱਲੇ ਜਿਹੜਾ ਇਹ ਸੀ ਕਿ ਜੀ ਇਹ ਈਵਨ ਇਸਲਾਮਿਕ ਮੁਲਕ ਸਾਊਦੀ ਅਰੇਬੀਆ ਤੇ ਦੂਜੇ ਤੀਜੇ ਵੀ ਇਜ਼ਰਾਈਲ ਨੂੰ ਰੈਕਗਨਾਈਜ਼ ਕਰਨ ਨੂੰ ਤਿਆਰ ਸੀ। ਹਮਾਸ ਨੇ ਭਾਵੇਂ ਕੁਝ ਐਕਸ਼ਨ ਕੀਤਾ ਲੇਕਿਨ ਉਹਦੇ ਨਾਲ ਫਲਸਤੀਨ ਵਾਪਸ ਜਿਹੜਾ ਉਹ ਫਰੰਟ ਬਰਨਰ ਤੇ ਆਇਆ ਔਰ ਅਸੀਂ ਹੋਪ ਕਰਦੇ ਹਾਂ ਕਿ ਇਸ 'ਚੋਂ ਹਾਲਾਂ ਇਹਦੇ ਨੈਕਸਟ ਫੇਜ਼ ਔਖੇ ਹੋਣਗੇ। ਹਮਾਸ ਨੂੰ ਵੀ ਜਿਹੜਾ ਉਹ ਉਸ ਦੇ ਹਥਿਆਰ ਲੈਣ ਲਈ ਰੱਖਣ ਲਈ ਕਿਹਾ ਗਿਆ ਕਿੰਨਾ ਕੁ ਕਰੇਗਾ ਇਹ ਬਾਅਦ 'ਚ ਦੇਖਣ ਵਾਲਾ ਹੈ ਪਰ ਅਲਟੀਮੇਟਲੀ ਗੱਲ ਉਦੋਂ ਤੱਕ ਜਦੋਂ ਤੱਕ ਫਲਸਤੀਨ ਇੱਕ ਆਜ਼ਾਦ ਮੁਲਕ ਦੇ ਤੌਰ ਦੇ ਉੱਤੇ ਸਥਾਪਿਤ ਨਹੀਂ ਹੋ ਜਾਂਦਾ ਉੱਥੇ ਅਮਨ ਦੀ ਕਾਮਨਾ ਕਰਨਾ ਇਹ ਆਪਣੇ ਆਪ ਨੂੰ ਧੋਖਾ ਦੇਣਾ ਹੋਏਗਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।